ਮੈਨੂੰ ਯਾਦ ਆ ਰਹੀ ਇੱਕ ਬੀਤੀ ਗਾਥਾ। ਜ਼ਰੂਰ ਆਪਨੇ ਨਾਮ ਸੁਣਿਆ ਹੋਵੇਗਾ ਗਿਆਨੀ ਮਾਨ ਸਿੰਘ ਚੌਰ ਦਾ। ਗੁਰਦੁਆਰਾ ਸੀਸਗੰਜ ਸਾਹਿਬ ਕਥਾ ਕਰ ਰਹੇ ਸਨ। 35-40 ਸਾਲ ਪੁਰਾਣੀ ਗੱਲ। ਮੈਂ ਆਸਨਸੋਲ ਤੋਂ ਆਇਆ ਅੰਮ੍ਰਿਤ ਵੇਲੇ। ਨਹਾ ਧੋ ਕੇ ਮੈਂ ਮੱਥਾ ਟੇਕਣ ਲਈ ਗਿਆ ਸੀਸਗੰਜ ਸਾਹਿਬ। ਦੂਜੇ ਦਿਨ ਤੋਂ ਦਾਸ ਨੇ ਹਾਜ਼ਰੀ ਭਰਨੀ ਸੀ। ਉਸ ਦਿਨ ਗਿਆਨੀ ਮਾਨ ਸਿੰਘ ਚੌਰ ਕਥਾ ਕਰ ਰਹੇ ਸਨ ਔਰ ਇਸ ਪੰਕਤੀ ਦਾ ਖੁਲਾਸਾ ਕਰ ਰਹੇ ਸਨ। ਏਕਾ ਮਾਈ ਜੁਗਤ ਮੇ ਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਅੱਜ ਤੋਂ 40-45 ਸਾਲ ਪਹਿਲੇ ਬੜੇ ਨਾਮਵਰ ਵਿਚਾਰਕ ਸਨ। ਗਿਆਨੀ ਰਣਜੀਤ ਸਿੰਘ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ, ਪ੍ਰਿੰਸੀਪਲ ਗੰਗਾ ਸਿੰਘ ਜੀ, ਗਿਆਨੀ ਤੀਰਥ ਸਿੰਘ, ਇਤਿਹਾਦਕ ਬੇਦੀ ਬ੍ਰਿਜ ਬੱਲਭ ਸਿੰਘ। ਹੁਣ ਤਾਂ ਸਿਰਫ ਕੈਸਟਾਂ ਸੁਣ ਲੈਂਦੇ ਨੇ ਜਾਂ ਇੱਧਰ ਉੱਧਰ ਦਾ ਜੋ ਇਤਿਹਾਸ ਵੀ ਨਹੀਂ, ਉਹ ਸਿਲਸਿਲਾ ਚੱਲਿਆ ਹੋਇਆ। ਜਦ ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ ਹੈ। ਦੇਖੋ, ਇੱਕ 5 ਸਾਲ ਦੇ ਬੱਚੇ ਦੇ ਅੱਗੋਂ ਫਿਲਸਫਾ ਨਹੀਂ ਘੋਟਿਆ ਜਾ ਸਕਦਾ। ਅਤੇ ਜਿਹੜਾ ਬੱਚਾ ਤੁਤਲਾ ਕੇ ਬੋਲਦਾ ਪਿਆ, ਮਾਂ ਬਾਪ ਵੀ ਉਹਦੇ ਨਾਲ ਤੁਤਲਾ ਕੇ ਬੋਲਦੇ ਨੇ। ਉਸੇ ਤਲ 'ਤੇ ਆਉਣਾ ਪੈਂਦਾ। ਜਦ ਸੁਣਨਾ ਸਰੋਤ ਬੜੀ ਨੀਵੀਂ ਹੋ ਜਾਏ, ਵਕਤਵ ਵੀ ਨੀਵਾਂ ਹੋ ਜਾਂਦਾ ਹੈ। ਰਾਗ ਨੂੰ ਸੁਣਨ ਵਾਸਤੇ ਬੜੀ ਉੱਚੀ ਮੱਤ ਚਾਹੀਦੀ ਸੀ, ਬੜੀ ਉੱਚੀ ਸੁਰਤ ਚਾਹੀਦੀ ਸੀ, ਬੜੀ ਗਹਿਰੀ ਧਿਆਨ ਸਾਧਨਾ ਚਾਹੀਦੀ ਸੀ, ਇਕਾਗਰਤਾ ਚਾਹੀਦੀ ਸੀ। ਸਰੋਤਿਆਂ 'ਚ ਰਹੀ ਨਹੀਂ ਤਾਂ ਰਾਗ 'ਤੇ ਖੋ ਗਏ। ਬਸ ਢੋਲਕ ਦੇ ਛੈਣੇ ਆ ਗਏ। ਖੜਕਾਈ ਜਾਓ ਛੈਣੇ, ਖੜਕਾਈ ਜਾਓ ਢੋਲਕ। ਇਹ ਰਾਗ ਕਿੱਥੇ ਜਾਣਗੇ? ਜਿਵੇਂ ਸੋਰਠ ਚਲੇਗਾ ਅਤੇ ਹਰ ਸ਼ਬਦ ਉੱਤੇ ਸਤਿਗੁਰ ਲਿਖਦੇ ਨੇ ਸੋਰਠ ਮਹੱਲਾ ਪੰਜਵਾਂ, ਸੋਰਠ ਮਹੱਲਾ ਪੰਜਵਾਂ, ਸੋਰਠ ਮਹੱਲਾ ਪੰਜਵਾਂ। ਜੇ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਈਏ ਇੱਕੋ ਦਫਾ ਲਿਖ ਦਿਓ ਸੋਰਠ ਮਹੱਲਾ ਪੰਜਵਾਂ, ਸਾਰੇ ਰਾਗ ਨਹੀਂ, ਸਾਰਿਆਂ 'ਤੇ ਲਿਖੇ ਜਾਂਦੇ ਨੇ। ਮਤਾਂ ਕਿਧਰੇ ਦੂਜੇ ਰਾਗ 'ਚ ਗਾਓ, ਸੋਰਠ 'ਚ ਗਾਓ, ਸੋਰਠ 'ਤੇ ਜਗਾਓ। ਫਿਰ ਸਾਫ਼ ਆ ਜਾਏਗਾ ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਪੰਜਵਾਂ। ਹਰ ਸ਼ਬਦ ਦੇ ਉੱਤੇ ਮਤਾਂ ਕਿਧਰੇ ਦੂਜਾ ਰਾਗ ਕਿਸੇ ਹੋਰ ਰਾਗ ਦੇ 'ਚ ਗਾਓ, ਇਸੇ ਰਾਗ ਦੇ 'ਚ ਗਾਓ। ਕੌਣ ਗਾਉਂਦਾ ਹੈ? ਕੁਛ ਗਾਣ ਵਾਲਿਆਂ ਦਾ ਵੀ ਇਤਨਾ ਕਸੂਰ ਨਹੀਂ। ਕਸੂਰ ਤਾਂ ਹੈ ਪਰ ਇਤਨਾ ਨਹੀਂ। ਕਿਉਂ? ਸਰੋਤ ਬੜੀ ਨੀਵੀਂ ਹੋ ਗਈ। ਸੁਣਨਾ ਬੜਾ ਨੀਵਾਂ ਹੋ ਜਾਏ ਤਾਂ ਕੁਦਰਤੀ ਗੱਲ ਹੈ, ਵਕਤਵ ਨੀਵਾਂ ਹੋ ਜਾਂਦਾ ਹੈ। ਮੈਨੂੰ ਗੱਲ ਭੁੱਲਦੀ ਨਹੀਂ। ਨਿਵ ਯਾਰ ਇੱਕ ਸੱਜਣ ਮੈਨੂੰ ਕਹਿਣ ਲੱਗਾ, ਗਿਆਨੀ ਜੀ ਤੁਹਾਡੀਆਂ ਵਿਚਾਰਾਂ ਸੁਣਦਿਆਂ ਸਿਰ ਭਾਰਾ ਹੋ ਜਾਂਦਾ ਹੈ। ਕੋਈ ਠੱਠਾ ਮਸਕਰੀ ਸੁਣਾਇਆ ਕਰੋ, ਕੋਈ ਹਾਸ ਰਸ ਸੁਣਾਇਆ ਕਰੋ। ਮੈਂ ਕਿਹਾ ਤੁਸੀਂ ਸਤਸੰਗ ਦੇ 'ਚ ਆਏ ਹੋ ਕਿ ਥੀਏਟਰ ਦੇ 'ਚ ਆਏ ਹੋ? ਤੁਸੀਂ ਮੈਨੂੰ ਮਸਕਰਾ ਸਮਝਿਆ, ਜੋਕਰ ਸਮਝਿਆ? ਸਰੋਤ ਨੀਵੀਂ ਹੋ ਗਈ ਹੈ। ਸੁਣਨਾ ਨੀਵਾਂ ਹੋ ਜਾਏ, ਵਕਤਵ ਬੜਾ ਨੀਵਾਂ ਹੋ ਜਾਂਦਾ ਹੈ। ਗਿਆਨੀ ਮਾਨ ਸਿੰਘ ਜੀ ਜੌਹਰ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹਦੀ ਪਹਿਲੇ ਸਨਾਤਨ ਮਤ ਦੇ ਮੁਤਾਬਕ ਵਿਆਖਿਆ ਸੁਣਾਈ। ਫਿਰ ਇਸਲਾਮ ਜੋ ਇਸ ਸੰਬੰਧ ਵਿੱਚ ਕਹਿੰਦਾ ਉਹਨੂੰ ਖੋਲ੍ਹਿਆ। ਅਤੇ ਫਿਰ ਗੁਰੂ ਆਸ਼ੇ ਅਨੁਸਾਰ, ਜੋ ਗੁਰਮਤ ਦਾ ਆਸ਼ਾ ਹੈ, ਉਹ ਵੇਖੇ ਐਨਾ ਨਜ਼ਰ ਨਾ ਆਵੇ ਬਹੁਤਾ ਇਹ ਵਡਾਨ। ਗੁਰਮਤ ਆਸ਼ੇ ਨੂੰ ਖੋਲ੍ਹਿਆ। ਲੇਕਿਨ ਹਰ ਆਸ਼ੇ ਨੂੰ ਬਿਆਨ ਕਰਨ ਲੱਗਿਆਂ ਮੈਂ ਦੇਖਿਆ ਉਹ ਉਸੇ ਦਾ ਰੂਪ ਹੋ ਜਾਂਦੇ ਸਨ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਸੀ। ਸਨਾਤਨ ਮਤ ਦੀ ਵਿਆਖਿਆ ਸੁਣਾਉਂਦੇ ਪਏ ਸਨ ਵੀ ਬ੍ਰਹਮੇ ਨੇ ਤਾਂ ਸੰਸਾਰ ਬਣਾ ਦਿੱਤਾ, ਹੁਣ ਉਹਦੇ ਨਾਲ ਤਾਂ ਕੋਈ ਮਤਲਬ ਹੈ ਨਹੀਂ, ਜਨਮ ਤਾਂ ਹੋ ਗਿਆ, ਗੱਲ ਖਤਮ। ਹੁਣ ਤਾਂ ਉਹਦੇ ਨਾਲ ਮਤਲਬ ਹੈ ਜਿਹਨੇ ਪਾਲਣਾ ਕਰਨੀ ਹੈ। ਹੁਣ ਤਾਂ ਉਹਦੇ ਨਾਲ ਮਤਲਬ ਜਿਹਨੇ ਖ਼ਤਮ ਕਰਨਾ ਹੈ। ਜਿਹਨੇ ਪਾਲਣਾ ਕਰਨੀ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ, ਪਾਲਣਾ ਕਰਦਾ ਰਹੇ। ਅਤੇ ਜਿਹਨੇ ਖ਼ਤਮ ਕਰਨਾ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ, ਤੂੰ ਸਾਡੇ 'ਤੇ ਹੱਥ ਨਾ ਚਲਾਈ, ਅੱਗੇ ਲੰਘ ਜਾਏ। ਕਹਿੰਦੇ ਨੇ ਵਿਸ਼ਨੂੰ ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ, ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਅਤੇ ਮੈਂ ਫਿਰ ਅਰਜ਼ ਕਰਾਂ, ਉਹਨਾਂ ਦੇ ਵਕਤਵ ਦਾ ਢੰਗ ਸੀ, ਉਸੇ ਦਾ ਰੂਪ ਹੋ ਜਾਂਦੇ ਸਨ। ਕਹਿਣ ਲੱਗੇ ਮੈਂ ਉਸ ਲੰਬੀ ਲਾਈਨ ਦੇ 'ਚ ਮੈਂ ਵੀ ਖੜ੍ਹਾ ਸੀ।
ਵਿਸ਼ਨੂੰ ਕਿਸੇ ਦੀ ਝੋਲੀ 'ਚ 2 ਮੁੱਠੀਆਂ ਅੰਨ ਪਾ ਦਿੰਦਾ, ਕਿਸੇ ਦੀ ਝੋਲੀ 'ਚ 4 ਮੁੱਠੀਆਂ, ਕਿਸੇ ਦੀ ਝੋਲੀ 'ਚ 1 ਮੁੱਠੀ, ਕਿਸੇ ਦੀ ਝੋਲੀ ਦੇ 'ਚ ਅੱਧੀ ਮੁੱਠੀ, ਔਰ ਚਲਤਾ ਕਰੀ ਜਾਂਦਾ, ਚਲਤਾ ਕਰੀ ਜਾਂਦਾ। ਮਾਨ ਸਿੰਘ ਕਹਿੰਦੇ ਨੇ, ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ 'ਚ ਕਿਤਨੀਆਂ ਮੁੱਠੀਆਂ ਪਾਵੇਗਾ। ਆਖਿਰ ਚਲਦਿਆਂ ਚਲਦਿਆਂ ਮੇਰਾ ਵੀ ਨੰਬਰ ਆ ਗਿਆ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ, ਅਤੇ ਵਿਸ਼ਨੂੰ ਨੇ 2 ਮੁੱਠਾਂ ਅਨਾਜ ਦੀਆਂ ਭਰੀਆਂ ਅਤੇ ਇੰਝ ਪੁਆ ਮਾਰੀਆਂ। ਆਖਿਆ, ਗਿਆਨੀ ਸਿੰਘ ਤੇਰੇ ਦਾਣੇ ਖਿਲੇਰ ਦਿੱਤੇ ਨੇ, ਹੁਣ ਲੱਭ ਲੈ, ਲੱਭ ਲੈ। ਮਾਨ ਸਿੰਘ ਕਹਿਣ ਲੱਗੇ, ਜਦੋਂ ਦੇ ਉਸਨੇ ਦਾਣੇ ਖਿਲੇਰੇ ਨੇ, ਲੱਭਦਾ ਪਿਆ, ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ, ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸਚ ਏ। ਉਹਨਾਂ ਨੇ ਐਲਾਨੀਆ ਬਿਆਨ ਕੀਤਾ, ਲੱਭ ਰਿਹਾ ਦਾਣੇ, ਜਿਸ ਦਿਨ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ, ਮੁੱਕ ਜਾਏਗਾ। ਦਾਣੇ ਖਿਲ ਰਹੇ ਨੇ, ਹਰ ਇੱਕ ਦੇ ਖਿਲ ਰਹੇ ਨੇ। ਜਹਾਂ ਦਾਣੇ, ਜਿੱਥੇ ਪ੍ਰਭੂ ਨੇ ਖਿਲੇਰ ਕੇ ਰੱਖੇ ਹੋਏ ਨੇ, ਉੱਥੇ ਜਾਣਾ ਪਏਗਾ ਲੱਭਣ ਵਾਸਤੇ। ਰਿਜ਼ਕ ਲੱਭਣਾ ਪੈਂਦਾ ਹੈ, ਰੋਟੀ ਕਮਾਣੀ ਪੈਂਦੀ ਹੈ। ਪਾਣੀ ਦੀ ਬਾਰਿਸ਼ ਆਉਂਦੀ ਹੈ, ਟੂਟੀ ਖੋਲ੍ਹੋ ਘਰ ਪਾਣੀ ਆ ਜਾਂਦਾ, ਟੂਟੀਆਂ ਨਾਲ ਰੋਟੀਆਂ ਨਹੀਂ ਆ ਜਾਂਦੀਆਂ। ਇਹ ਵੀ ਮੈਂ ਅਰਜ਼ ਕਰਾਂ, ਪਾਣੀ ਦੇ ਦਰਿਆ ਚੱਲਦੇ ਨੇ, ਰਿਜ਼ਕ ਕਮਾਉਣਾ ਪੈਂਦਾ ਹੈ, ਰੋਟੀ ਕਮਾਣੀ ਪੈਂਦੀ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਇਹ ਤਨ ਰੋਟੀ ਹੈ। ਕਿਉਂ? ਖੂਨ ਅਤੇ ਬਿੰਦ ਤੋਂ ਬਣਿਆ, ਅਤੇ ਖੂਨ ਅਤੇ ਬਿੰਦ ਰੋਟੀ ਤੋਂ ਬਣਦਾ ਹੈ। ਇਸ ਵਾਸਤੇ ਜਿੱਥੇ ਖੂਨ ਅਤੇ ਬਿੰਦ ਰੋਟੀ ਤੋਂ ਬਣਦਾ ਹੈ, ਤਾਂ ਤਨ ਰੋਟੀ ਹੈ। ਸਾਰੀ ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰਿਜ਼ਕ ਦੀ ਆਉਂਦੀ ਹੈ, ਰੋਟੀ ਮਿਲਦੀ ਜਾਏ। ਬੜੇ ਧਿਆਨ ਨਾਲ ਸੁਣਨਾ, ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਨੇ, ਕੁਛ ਵੀ ਨਹੀਂ। ਔਰ ਇਹ ਵੀ ਮੈਂ ਅਰਜ਼ ਕਰਾਂ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਸਾਇੰਟਿਸਟ ਹੈ, ਕੋਈ ਲਾਇਰ ਹੈ, ਕੋਈ ਦਾਰਸ਼ਨਿਕ ਫਿਲਾਸਫਰ ਹੈ, ਕਲਾਕਾਰ ਹੈ, ਇਸ ਸਾਰੇ ਉੱਦਮ ਦੇ ਪਿੱਛੇ, ਭੱਜ ਦੌੜ ਦੇ ਪਿੱਛੇ ਮਸਲਾ 2 ਰੋਟੀਆਂ ਦਾ, ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। 2 ਰੋਟੀਆਂ ਸਭ ਕੁਝ ਕਰਾਈ ਜਾਂਦੀਆਂ ਨੇ। ਕਾਲਜ ਨੇ, ਸਕੂਲ ਨੇ, ਵਿਸ਼ਵ ਵਿਦਿਆਲੇ ਨੇ, ਯੂਨੀਵਰਸਿਟੀਆਂ ਨੇ, ਇਹ ਸਿਰਫ ਇਸ ਵਾਸਤੇ ਨੇ ਮਨੁੱਖ ਨੂੰ ਢੰਗ ਨਾਲ ਰੋਟੀ ਮਿਲ ਜਾਏ, ਸੌਖੇ ਢੰਗ ਨਾਲ ਮਿਲ ਜਾਏ, ਜ਼ਿਆਦਾ ਮਿਲ ਜਾਏ, ਚੰਗੀ ਮਿਲ ਜਾਏ, ਹੋਰ ਕੁਛ ਵੀ ਮਤਲਬ ਨਹੀਂ, ਹੋਰ ਕੁਛ ਵੀ ਨਹੀਂ। ਤਾਂ ਹੁਣ ਮੈਂ ਅਰਜ਼ ਕਰਾਂ, ਤਨ ਰੋਟੀ ਹੈ। ਦੂਸਰਾ ਅਰਜ਼ ਕਰਾਂ, ਰੋਟੀ ਮਿੱਟੀ ਤੋਂ ਬਣਦੀ ਹੈ, ਖਾਕ ਤੋਂ ਬਣਦੀ ਹੈ। ਅਸੀਂ ਜੋ ਕੁਝ ਵੀ ਖਾਂਦੇ ਹਾਂ, ਮਿੱਟੀ ਦਿੰਦੀ ਹੈ, ਜ਼ਮੀਨ ਦਿੰਦੀ ਹੈ। ਔਰ ਕਿੱਥੋਂ ਆਉਂਦਾ ਹੈ? ਆਸਮਾਨ ਤੋਂ ਤਾਂ ਨਹੀਂ ਡਿੱਗਦਾ, ਜ਼ਮੀਨ ਦਿੰਦੀ ਹੈ। ਮਿੱਟੀ ਤੋਂ ਹੀ ਖੁਰਾਕ ਬਣਦੀ ਹੈ, ਖਾਕ ਤੋਂ ਹੀ ਖੁਰਾਕ ਬਣਦੀ ਹੈ। ਖੁਰਾਕ ਤੋਂ ਖੂਨ ਬਣਦਾ ਹੈ, ਬਿੰਦ ਬਣਦਾ ਹੈ, ਬਿੰਦ ਤੇ ਖੂਨ ਤੋਂ ਇਹ ਮਨੁੱਖੀ ਢਾਂਚਾ ਬਣਦਾ ਹੈ। ਤੋ ਯਾਤਰਾ ਖਾਕ ਤੋਂ ਸ਼ੁਰੂ ਹੋਈ, ਮਿੱਟੀ ਤੋਂ ਸ਼ੁਰੂ ਹੋਈ। ਇਸ ਵਾਸਤੇ ਗੁਰਬਾਣੀ ਇੰਝ ਵੀ ਕਹਿੰਦੀ ਹੈ, ਤਨ ਮਿੱਟੀ ਔਰ ਕੀ ਹੈ। ਮਾਟੀ ਕੋ ਪੁੱਤਰੋ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ, ਦੌੜਿਓ ਫਿਰਤ ਹੈ। ਦੌੜਦਾ ਫਿਰਦਾ, ਭੱਜਦਾ ਫਿਰਦਾ। ਰਵਿਦਾਸ ਕਹਿੰਦੇ ਨੇ, ਕਮਾਲ ਦੀ ਗੱਲ, ਮਿੱਟੀ ਦਾ ਪੁਤਲਾ, ਮਿੱਟੀ ਦਾ ਪੁਤਲਾ। ਮਾਟੀ ਕੋ ਪੁੱਤਰੋ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ, ਦੌੜਿਓ ਫਿਰਤ ਹੈ। ਖਾਕ ਤੋਂ ਖੁਰਾਕ ਬਣ ਗਈ, ਮਿੱਟੀ ਤੋਂ ਖੁਰਾਕ ਬਣ ਗਈ, ਖੁਰਾਕ ਤੋਂ ਖੂਨ ਬਣ ਗਿਆ, ਖੂਨ ਹੀ ਜੰਮ ਕੇ ਬਿੰਦ ਬਣ ਗਿਆ। ਖੂਨ ਅਤੇ ਬਿੰਦ ਦੇ ਸੰਜੋਗ ਤੋਂ ਹੈ ਇਹ ਤਨ ਬਣ ਗਿਆ, ਬੱਚਾ ਹੋ ਗਿਆ। ਇਹੀ ਬੱਚਾ ਜਵਾਨ ਹੋ ਗਿਆ, ਇਹੀ ਜਵਾਨ ਫਿਰ ਬੁੱਢਾ ਹੋ ਗਿਆ, ਇਹੀ ਬੁੱਢਾ ਫਿਰ ਮਿੱਟੀ ਦੇ 'ਚ ਮਿੱਟੀ ਹੋ ਗਿਆ। ਔਰ ਕੀ ਹੈ? ਕਬੀਰ ਧੂਲ ਸਕੇਲ ਕੇ ਪੁੜੀਆ ਬਾਂਧੀ ਦੇ, ਦਿਵਸ 4 ਕੋ ਪੇਖਣਾ ਅੰਤ ਖੇ ਕੀ ਖੇ।
आखिर एक दिन ये तन जो मिट्टी है, मिट्टी मिट्टी च रलेगी, माटी माटी होई एक। तन दा घर बाबा फरीद कहते हैं कबर है, तन दा घर शमशान घाट है, और कुछ भी नहीं। रोज़ रोज़ मनुख दा तन, गुस्ताखी माफ, शमशान दे नेड़े जा रहा है, कबर दे नेड़े जा रहा है। बाबा फरीद कहते ने गोर निमाणी सड करे निघरिया घर आओ। मुल्तानी भाषा दे च लैंदी, पंजाबी दे च कबर नूं गोर कहते हैं। बाबा फरीद कहते ने कबर सारियां नूं आवाज़ पई मारदी है, गोर निमाणी सड करे निघरिया घर आओ। ऐ निथाविया तेरा थां ते कबर है, सर पर मैथे आवना मरणों ना डरियाओ। ऐ तन मरण तो ना डर, एक दिन मौत नहीं तेनों मिट्टी च मिट्टी कर देना है। तू मेरे तो ही चलिया सी मेरे को लावेगा। रोज़ रोज़ मनुख दा तन कित्थे जा रहा है? गुरबाणी अनुसार कबर दे नेड़े जा रहा है, चिता दे नेड़े जा रहे, और किधरे भी नहीं जा रहे, और किधरे भी नहीं, ये तन होर किधरे भी नहीं जा रहे। रोज़ रोज़ ये तन शमशान दे नेड़े जा रहे। दूसरा नुकता भी सुन लो, रोज़ रोज़ मनुख छोटा हो रहा है। चलो मैं इंज बयान करा, एक मनुख ने 100 साल जीवना होवे ते अज दा एक दिन लंघ गया तो मनुख एक दिन छोटा हो गया कि वड्डा हो गया? तुसीं सारे सियाणे बैठे हो, सारे सूझवान बैठे हो। अवल तो 100 साल कोई कोई जीवदा, मुख्तसर चलो इंज कह लीए 100 साल जीवना है। तो अज का एक दिन लंघ गया तो असी एक दिन छोटे हो गए कि वड्डे हो गए? छोटे हो गए। पर किसी को कह के तो देखो तू एक दिन छोटा हो गया, क्योंकि अज का एक दिन इन्हें तेनों छोटा कर दिता है। होए तो छोटे हाँ, एक दिन छोटे हो गए, घट गया। छिन छिन औद बेहात है, फूटे घट ज्यों पानी। जिमें टुटे हुए घड़े दे चो बूंद बूंद पानी दी निकल रही है, छिन छिन दे च असी छोटे हो रहे हैं। एक एक पल सानू छोटा कर रहे हैं। पर छोटा होना चंगा नहीं लगता। अज का दिन लंघ गया तो सारे कहते एक दिन वड्डा हो गया। बंदा आप भी सोचता मैं एक दिन वड्डा हो गया। गुरबाणी कहती है नहीं तो एक दिन छोटा हो गया। जननी जानत है सुत बड़ा होता है। मेरा पुत एक दिन वड्डा हो गया। कबीर कहते ने माँ इंज पई कहती है, जननी जानत है सुत बड़ा होत है, इतनक न जाने जे दिन दिन औद घटत है। कबीर कहते ने पुत वड्डा नहीं होया, एक दिन छोटा हो गया। एक एक दिन करके मनुख घटता है। तन रोज़ रोज़ शमशान दे नेड़े जा रहे, तन रोज़ रोज़ कबर दे नेड़े जा रहे। दूसरा नुकता भी सुन लो ध्यान नाल। तन की यात्रा ठीक है, सफल हो जाती है। मन रोटी तो नहीं बनया, मन मिट्टी तो भी नहीं बनया, फिर किस तो बनया है? मन तू जोत स्वरूप है, अपना मूल पछाण। बड़े ध्यान नाल सुनना। तन रोटी तो बनया है, मन सीधा प्रभु तो बनया है। तन मिट्टी तो बनया है, मन जोत स्वरूप तो बनया है। वल्ला पा के मन नहीं आया, मन सीधा ही परमात्मा तो आया है। इस तरह बड़े ध्यान नाल सुनना। एक सूरज है, फिर सूरज की किरण है, फिर किरण की रोशनी है, फिर रोशनी करके जो कुछ दिखाई दे रहा है वो है। अगर रोशनी ना हो तो जो कुछ दिखाई देता नहीं दिखाई देगा। तो जे रोशनी नहीं है तो फिर किरण नहीं है। इंज कहना पड़ेगा, सूरज है, किरण है, किरण की रोशनी है, फिर रोशनी करके जो कुछ दिखाई देता है। परमात्मा है, फिर ओदी किरण है कि आत्मा, फिर आत्मा की रोशनी है कि मन, मन तू जोत,
ਸਰੂਪ ਹੈ ਆਪਣਾ ਮੋਲ ਪਛਾਣ। ਫਿਰ ਮਨ ਕਰਕੇ ਜੋ ਪ੍ਰਤੀਤ ਹੁੰਦਾ ਹੈ, ਪਤਾ ਚੱਲਦਾ ਹੈ, ਔਰ ਮਨ ਜਿਸ ਨੂੰ ਮੰਨ ਲੈਂਦਾ ਹੈ ਉਹ ਹੈ। ਮਨ ਜਿਸ ਨੂੰ ਮੰਨਦਾ ਨਹੀਂ ਉਹ ਨਹੀਂ ਹੈ। ਮਨ ਦੇ ਅਖਰੀ ਅਰਥ ਨੇ ਮਨਨ ਸ਼ਕਤੀ। ਜੋ ਮੈਂ ਮੰਨਿਆ ਉਹ ਮੇਰੇ ਮਨ ਦੇ 'ਚ ਹੈ, ਜੋ ਮੈਂ ਅੱਜ ਤੱਕ ਮੰਨਿਆ ਹੀ ਨਹੀਂ ਉਹ ਮੇਰੇ ਮਨ ਦੇ 'ਚ ਨਹੀਂ ਹੈ, ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ ਇਸ ਗੱਲ ਨੂੰ। ਜੋ ਮਨ ਨੇ ਮੰਨਿਆ ਹੀ ਨਹੀਂ ਹੈ। ਇਸ ਦੁਨੀਆ 'ਚ ਕਰੋੜਾਂ ਮਨੁੱਖ ਐਸੇ ਨੇ ਜਿਨ੍ਹਾਂ ਦੇ ਮਨ ਦੇ 'ਚ ਪਰਮਾਤਮਾ ਨਹੀਂ ਹੈ। ਕਿਉਂ? ਮਨ ਨੇ ਮੰਨਿਆ ਹੀ ਨਹੀਂ, ਮਨ ਨੇ ਮੰਨਿਆ ਹੀ ਨਹੀਂ। ਪਰਮਾਤਮਾ ਹੈ। ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਾ ਮੰਨੇ ਤੇ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਮੈਂ ਅਰਜ਼ ਕਰਾਂ, ਕਰੋੜਾਂ ਦੇ ਵਿੱਚ ਕਿਸੇ ਇੱਕ ਅੱਧਾ ਮਨ ਮੰਨਦਾ ਹੈ। ਮਨ ਨੇ ਜਿਸ ਤਰ੍ਹਾਂ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ, ਨਹੀਂ ਮੰਨਿਆ। ਪੁੱਤਰ ਦੀ ਯਾਦ ਆਪੇ ਆਉਂਦੀ ਹੈ, ਮਿੱਤਰ ਦੀ ਯਾਦ ਆਪੇ ਆਉਂਦੀ ਹੈ, ਪਤੀ ਦੀ ਯਾਦ ਆਪੇ ਆਉਂਦੀ ਹੈ, ਪਤਨੀ ਦੀ ਯਾਦ ਆਪੇ ਆਉਂਦੀ ਹੈ, ਧਨ ਸੰਪਦਾ ਦੀ ਯਾਦ ਆਪੇ ਆਉਂਦੀ ਹੈ। ਪਰ ਜੇ ਪਰਮਾਤਮਾ ਨੂੰ ਯਾਦ ਕਰਨਾ ਹੋਵੇ, ਵਾਜੇ ਵਜਾਓ, ਤਬਲੇ ਖੜਕਾਓ, ਕਥਾ ਕਹਾਣੀਆਂ ਕਰੋ, ਫਿਲਸਫਾ ਗੋਟੋ, ਇਸ ਸਭ ਕੁਝ ਦੇ ਕਰਦੇ ਹੋਇਆ ਪਾਠ ਪੂਜਾ ਕਰੋ, ਦਾਨ ਪੁੰਨ ਕਰੋ, ਲੰਗਰ ਚਲਾਓ, ਸੇਵਾ ਕਰੋ, ਇਸ ਸਭ ਕੁਝ ਦੇ ਕਰਦਿਆਂ ਵੀ ਪਰਮਾਤਮਾ ਯਾਦ ਨਹੀਂ ਆਉਂਦਾ, ਨਹੀਂ ਆਉਂਦਾ। ਕਾਰਨ, ਜਿਸ ਨੂੰ ਮੇਰੇ ਮਨ ਨੇ ਮੰਨਿਆ ਹੀ ਨਹੀਂ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹ ਹੈ ਹੀ ਨਹੀਂ, ਉਹ ਹੈ ਹੀ ਨਹੀਂ। ਤੁਸੀਂ ਆਖੋਗੇ ਸਾਡਾ ਮਨ ਤੇ ਮੰਨਦਾ ਸੀ, ਗੁਰਦੁਆਰੇ ਆਉਂਦੇ ਹਾਂ ਤੇ ਮੈਨੂੰ ਹੱਥ ਜੋੜ ਕੇ ਜ਼ਰੂਰ ਮਾਫ਼ ਕਰ ਦੇਣਾ। ਨਹੀਂ ਮੰਨਦਾ, ਨਹੀਂ ਮੰਨਦਾ। ਤੁਸੀਂ ਆਖੋਗੇ ਤਿਵੇਂ ਖਾਮਖਾ ਸਾਡੀ ਧੋਏ ਨੇ, ਮੰਨਦਾ ਤਾਂ ਹੀ ਤੇ ਗੁਰਦੁਆਰੇ ਆਇਆ, ਤਾਂ ਹੀ ਤੇ ਬਾਣੀ ਪੜ੍ਹਦੇ ਹਾਂ। ਤਾਂ ਮੈਂ ਤੁਹਾਡੇ ਸਾਹਮਣੇ ਦੋ ਸ਼ਲੋਕ ਰੱਖਦੇ ਹਾਂ, ਇੱਕ ਭਗਤ ਕਬੀਰ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ। ਇਹ ਦੋਵੇਂ ਸ਼ਲੋਕ ਜਿਸ ਬਾਣੀ ਦੇ 'ਚ ਨੇ, ਉਹਨਾਂ ਬਾਣੀਆਂ ਦਾ ਨਾਮ ਹੈ 52 ਅੱਖਰੀ। ਬੜੇ ਧਿਆਨ ਨਾਲ ਸੁਣਨਾ, ਇੱਕ ਇੱਕ ਅੱਖਰ ਦੀ ਮਹਿਮਾ ਦੱਸੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ 52 ਅੱਖਰੀ ਅੱਖਰਾਂ ਦੀ ਮਹਿਮਾ। ਗੌੜੀ ਮੱਲਾ ਪੰਜਵਾਂ 52 ਅੱਖਰੀ, ਗੌੜੀ ਸ੍ਰੀ ਕਬੀਰ ਜੀ 52 ਅੱਖਰੀ। ਫਿਰ ਅੱਖਰਾਂ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ, ਆਸਾ ਮੱਲਾ ਪਹਿਲਾ ਪੱਟੀ ਲਿਖੀ। ਫਿਰ ਅੱਖਰਾਂ ਦੀ ਮਹਿਮਾ ਗੁਰੂ ਅਮਰਦਾਸ ਜੀ ਮਹਾਰਾਜ ਵੀ ਦੱਸਦੇ ਨੇ, ਆਸਾ ਮੱਲਾ ਤੀਜਾ ਪੱਟੀ ਲਿਖੀ। ਤੁਸੀਂ ਮਨੁੱਖ ਕੋਲ ਅੱਖਰ ਖੋਲੋ, ਅਲਫਾਜ਼, ਮਨੁੱਖ ਉੱਥੇ ਚਲਾ ਜਾਏਗਾ ਜਿੱਥੇ ਪਸ਼ੂ ਨੇ, ਕਿਉਂਕਿ ਪਸ਼ੂਆਂ ਕੋਲ ਆਵਾਜ਼ ਤੇ ਹੈ, ਅਲਫਾਜ਼ ਨਹੀਂ ਨੇ, ਧੁਨ ਤੇ ਹੈ, ਅੱਖਰ ਨਹੀਂ ਨੇ। ਤੋ ਪਸ਼ੂਆਂ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ। ਇਸੇ ਤਰੀਕੇ ਨਾਲ ਗੂੰਗੇ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ। ਕਿਉਂ? ਗੂੰਗੇ ਕੋਲ ਆਵਾਜ਼ ਤੇ ਹੈ, ਅਲਫਾਜ਼ ਨਹੀਂ ਨੇ। ਗੂੰਗੇ ਕੋਲ ਧੁਨ ਤੇ ਹੈ, ਅੱਖਰ ਨਹੀਂ ਹੈ। ਤੇ ਸਾਰਾ ਗਿਆਨ ਧਿਆਨ ਤੇ ਅੱਖਰਾਂ ਤੇ ਖੜਾ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਮਨੁੱਖੀ ਦੁਨੀਆ ਦਾ ਸਾਰਾ ਖੇਲ ਤਮਾਸ਼ਾ ਉੱਨਤੀ ਅੱਖਰਾਂ ਦੇ ਆਸਰੇ ਤੇ ਖੜੀ ਹੈ। ਮਨੁੱਖ ਕੋਲ ਅੱਖਰ ਖੋਲੋ, ਮਨੁੱਖ ਦੀ ਸਾਰੀ ਜ਼ਿੰਦਗੀ ਰੁਕ ਜਾਏਗੀ, ਵਿਕਾਸ ਰੁਕ ਜਾਏਗਾ। ਮਹਿਮਾ ਤੇ ਸਾਰੀ ਅੱਖਰਾਂ ਦੀ ਹੈ, ਅਲਫਾਜ਼ਾਂ ਦੀ ਹੈ। ਇਹ ਪੌੜੀ ਮੈਂ ਫਿਰ ਦੁਹਰਾਵਾਂ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਪਰਮਾਤਮਾ ਦਾ ਨਾਮ ਜਪਣਾ ਕੁਝ ਅੱਖਰਾਂ ਦਾ ਜੋੜ ਹੈ, ਪਰ ਕਿਸੇ ਨੂੰ ਗਾਲ ਵੀ ਕੱਢਣੀ ਤੇ ਕੁਝ ਅੱਖਰਾਂ ਦਾ ਜੋੜ ਹੈ। ਅੱਖਰਾਂ ਦੇ ਜੋੜ ਨਾਲ ਰਿਸ਼ਤੇ ਜੁੜਦੇ ਨੇ, ਅੱਖਰਾਂ ਦੇ ਜੋੜ ਨਾਲ ਰਿਸ਼ਤੇ ਟੁੱਟਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ।
खेल सारी अखरां दी है, तमाशा सारा अखरां दा है, विकास अखरां दे आसरे तो होंदा है। स्कूल कॉलेज यूनिवर्सिटी दे जो पढ़ाया जाता है अखरां दा जोड़ है। और की है, अखर ना होने किस तरह पढ़ाई कोई कराएगा तो किस तरह कोई पढ़ेगा। सारा ज्ञान ध्यान अखरां दे आसरे ते खड़ा है। अखरी नाम अखरी साला, अखरी ज्ञान गीत गुण गा, अखरी लिखण बोलण वाण, अखरां सिर संजोग वखाण। तो एक एक अखर की महिमा गुरु अर्जन देव जी ने दसी है, गुरु नानक देव जी महाराज, गुरु अमरदास जी, तो फिर भगत कबीर ने। इस वक्त लंबी चौड़ी विचार थोड़े सामने ना रखा। कबीर का एक अखर तो गुरु अर्जन देव जी का एक अखर, वो अखर मां इंग्लिश दे जे एम है, पंजाबी च उसनूं मम्मा असी कहते हैं, एम उर्दू च मीम कहते हैं, इंग्लिश दे एम कह देंगे ने, पंजाबी दे मां कहते हैं, मम्मा कहते हैं। तो भगत कबीर इस मम्मे अखर तो जो सानू ज्ञान देंदे ने, ध्यान नाल सुनना। मम्मा मन स्यों काज है, मन सा दे सिद्ध होए, मन ही मन स्यों कहे कबीरा, मन सा मिलिया ना कोए। एह मन शक्ति एहो मन सीओ, एहो मन पंच तत्त को जियो। बड़े ध्यान नाल सुनना। कहते धर्म की साधना मन की साधना है। मन का ध्यान जिस पासे होवेगा असी उस पासे हाँ। अगर इत्थे बैठे हाँ तो ध्यान इत्थे नहीं तो असी इत्थे नहीं बैठे। तन बैठा है, मन नहीं बैठा। मन उत्थे बैठा है जिथे ध्यान है, जिथे ध्यान है। ये भी मैं अर्ज कर रहा, तन जिथे बैठा है मन उत्थे ही बैठा होवे कोई जरूरी नहीं है। जिथे मनुख का ध्यान है उत्थे ही मनुख का मन है। इस वास्ते धर्म नूं ध्यान साधना कहते हैं। शब्द दे च अपना ध्यान जोड़ो। सुनो, बड़ा कठिन है, बहुत औखा है, अत्यंत कठिन है। कबीर कहते हैं मैं इस मन की साधना दे जुड़े होया। मन मन्ने तो ईश्वर है, गुरु है, मन न मन्ने तो नहीं है। बथेरे मिलते हैं। कहते की करिए, पढ़िया तो है पर मन नहीं मनता, सुनिया तो है पर मन नहीं मनता। तो जो मन नहीं मनता तो नहीं है, वो चीज़ नहीं है। मन मन जाए बहुत वड्डी गल है। जिहड़ा भोजन मेरे कंठ तो थले चला गया है, ਉਹਦਾ ਜਿਹੜਾ हिस्सा मेरे तन दे च रह गया है, ਉਹੀ खून है, ਉਹੀ मेरी चर्बी है, ਉਹੀ मेरा मांस है। ये मांस, ये हड्डियाँ, ये खून भोजन है जो शरीर दे च रह गया। मन ने जो मन लिया है वो तो मन दे च है, जो मन ने मनिया नहीं वो मन दे च नहीं है। गहराई नाल सुनना, वो नहीं है। ज्ञान दा सागर, ज्ञान दा सागर, ज्ञान दा सागर, ज्ञान